ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ। ਹੁਣ ਮੈਂ ਕੰਪਿਊਟਰ ਦਾ ਪਹਿਲਾ ਲੈਕਚਰ ਲੈ ਕੇ ਆਇਆ ਗਾ। ਇਹ ਤੋਂ ਪਹਿਲਾਂ ਐਗਰੀਕਲਚਰ ਦਾ ਲੈਕਚਰ ਅਤੇ ਹਿਸਟਰੀ ਦਾ ਲੈਕਚਰ ਮੈਂ ਲਗਾ ਚੁੱਕਿਆ ਗਾ। ਅਤੇ ਆਹ ਹੈਗਾ ਆਪਣਾ ਤੀਸਰਾ ਲੈਕਚਰ। ਤੁਹਾਨੂੰ ਜਿਵੇਂ ਕਿਹਾ ਕਿ ਜੇ ਤੁਹਾਨੂੰ ਲੈਕਚਰ ਪਸੰਦ ਆਉਣਗੇ ਤਾਂ ਤੁਸੀਂ ਮੈਨੂੰ ਦੱਸ ਦਿਓ ਅਤੇ ਆਪਾਂ ਡੇਲੀ ਕਲਾਸ ਲਾ ਦਿਆ ਕਰਾਂਗੇ। ਤੁਹਾਨੂੰ PDF ਸਾਰਾ ਕੁਛ A to Z ਮੈਂ ਡਾਟਾ ਦੇਵਾਂਗਾ ਇਹਦਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੇਰੀ ਇਹ ਟ੍ਰੇਡ ਹੈਗੀ ਕੰਪਿਊਟਰ ਦੀ ਅਤੇ BSc ਦੀ। ਠੀਕ ਹੈ ਜੀ। ਐਗਰੀਕਲਚਰ ਦੇਖੋ, ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਾਂਗੇ ਉਹ ਕਰ ਰਹੇ ਆਪਾਂ ਵਾਟ ਇਜ਼ ਕੰਪਿਊਟਰ। ਕੰਪਿਊਟਰ ਕੀ ਹੈ? ਕੰਪਿਊਟਰ ਇਜ ਇਲੈਕਟ੍ਰੋਨਿਕ ਡਿਵਾਈਸ। ਠੀਕ ਹੈ। ਕੰਪਿਊਟਰ ਕੀ ਹੈ? ਇੱਕ ਇਲੈਕਟ੍ਰੋਨਿਕ ਡਿਵਾਈਸ ਹੈਗੀ। ਪ੍ਰਸ਼ਨ ਸਭ ਤੋਂ ਪਹਿਲਾਂ ਇਹ ਆਊਗਾ ਕਿ ਜਿਹੜਾ ਕੰਪਿਊਟਰ ਹੈ ਇਹ ਕਿਹੜੇ ਸ਼ਬਦ ਤੋਂ ਬਣਿਆ? ਇਹ ਬਣਿਆ ਗਾ ਕੰਪਿਊਟ ਤੋਂ। ਕਿਉਂਕਿ ਲੈਕਚਰ ਤਾਂ ਬਹੁਤ ਵੱਡਾ ਜੇ ਆਪਾਂ ਥਿਊਰੀ ਪੜ੍ਹ ਲਾਂਗੇ, ਪਰ ਉਹ 'ਚ ਕੰਮ ਕਰਨੀਆਂ ਚੀਜ਼ਾਂ ਪੜ੍ਹਨੀਆਂ ਜ਼ਰੂਰੀ ਹੁੰਦੀਆਂ। ਠੀਕ ਹੈ। ਕੰਪਿਊਟਰ ਕੀ ਹੁੰਦਾ? ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਹੜੀ ਕਿ ਆਪਣੀ ਜੋੜ ਘਟਾਓ ਕਰਨ ਦੇ ਵਿੱਚ ਜਾਂ ਹੋਰ ਵੀ ਡਾਕੂਮੈਂਟ ਸੇਵ ਕਰਨ ਦੇ ਵਿੱਚ ਮਦਦ ਕਰਦਾ। ਸਭ ਤੋਂ ਪਹਿਲੀ ਗੱਲ, ਜਿਹੜਾ ਇਹ ਸ਼ਬਦ ਹੈ ਕੰਪਿਊਟਰ ਸ਼ਬਦ ਕਿਸ ਤੋਂ ਬਣਿਆ? ਇਹ ਬਣਿਆ ਗਾ ਕੰਪਿਊਟਰ ਤੋਂ, ਜਿਸ ਦਾ ਅਰਥ ਹੁੰਦਾ ਗਾ ਗਿਣਤੀ ਕਰਨਾ। ਠੀਕ ਹੈ ਜੀ। ਇਦੋਂ ਬਾਅਦ ਸਭ ਤੋਂ ਮੇਨ ਚੀਜ਼ ਹੈਗੀ ਕੰਪਿਊਟਰ ਸੰਬੰਧੀ ਪ੍ਰਵਾਨਿਕ ਸ਼ਬਦ। ਐਲੀਮੈਂਟਰੀ ਵਰਡ ਰਿਲੇਟਿੰਗ ਟੂ ਕੰਪਿਊਟਰ ਨਾਲ ਕਿਹੜੇ ਕਿਹੜੇ ਸ਼ਬਦ ਰਿਲੇਟ ਕਰਦੇ ਆ? ਸਭ ਤੋਂ ਪਹਿਲੀ ਗੱਲ, ਜਿਹੜਾ ਕੰਪਿਊਟਰ ਨਾਲ ਸ਼ਬਦ ਰਿਲੇਟ ਕਰਦਾ ਉਹ ਹੈਗਾ ਡਾਟਾ। ਡਾਟਾ ਕੀ ਹੁੰਦਾ? ਡਾਟਾ ਆਪਣੇ ਕੰਪਿਊਟਰ ਦੇ ਵਿੱਚ ਜਿਹੜੇ ਅੰਕੜੇ ਹੁੰਦੇ ਉਹਨੂੰ ਆਪਾਂ ਡਾਟਾ ਕਹਿ ਦਿੰਦੇ ਹਾਂ। ਨੰਬਰ 2 'ਤੇ ਨੁਮੈਰੀਕਲ ਡਾਟਾ, ਜਿਹੜਾ ਆਪਾਂ 0 ਤੋਂ ਲੈ ਕੇ 9 ਤੱਕ ਆਪਣੇ ਨੁਮੈਰੀਕਲ ਕੀ ਹੁੰਦੀਆਂ ਗਈਆਂ ਉਹਨਾਂ ਤੋਂ ਆਪਾਂ ਕੋਈ ਵੀ ਨੰਬਰ ਇਨਪੁੱਟ ਕਰਦੇ ਹਾਂ ਕੰਪਿਊਟਰ ਦੇ ਵਿੱਚ। ਜਿਵੇਂ ਕਿ ਆਪਾਂ ਕਿਸੇ ਦੀ ਤਨਖਾਹ ਦੱਸਣੀ ਹੈ ਕਿੰਨੀ ਹੈ, ਡੇਟ ਲਿਖਣੀ ਹੈ ਜਾਂ ਕੁਛ ਵੀ ਲਿਖਣਾ, ਉਹ ਸਾਰਾ ਆ ਜਾਂਦਾ ਆਪਣਾ ਨੁਮੈਰੀਕਲ ਡਾਟਾ ਦੇ ਵਿੱਚ। ਇਹ ਤੋਂ ਬਾਅਦ ਹੈਗਾ ਅਲਫਾ ਨੂਮੈਰਿਕ ਡਾਟਾ। ਇਹ ਉਹ ਡਾਟਾ ਹੁੰਦਾ ਜਿਹਦੇ ਵਿੱਚ ਕਿਸੇ ਚੀਜ਼ ਦਾ ਦੋਨੇ ਅੱਖਰਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਗਾ ਅਤੇ ਪਲੱਸ ਅੰਕਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ। ਜਿਵੇਂ ਕਿ ਮੈਂ ਲਿਖਤਾ ਮੇਰਾ ਏਰੀਆ ਹੈਗਾ ਬਠਿੰਡਾ। ਠੀਕ ਹੈ। BTI ਅਤੇ ਇਸ ਤੋਂ ਬਾਅਦ ਮੈਂ ਲਿਖ ਦਿਓ ਸਾਡਾ ਪਿੰਨ ਕੋਡ 151111। ਠੀਕ ਹੈ ਜੀ। ਜਿਹੜੀ ਇਹ ਚੀਜ਼ ਹੋ ਗਈ ਇਹਦੇ ਵਿੱਚ ਆਹ ਤਾਂ ਨੁਮੈਰੀਕਲ ਹੋ ਗਏ ਅਤੇ ਆਹ ਕੀ ਹੋ ਗਿਆ ਇਹਦੇ ਵਿੱਚ? ਇਹ ਹੋ ਗਏ ਆਪਣੇ ਦੂਸਰੇ ਆਪਣੇ ਨੁਮੈਰੀਕਲ ਹੋ ਗਿਆ, ਅਲਫਾਬੈਟ ਹੋ ਗਏ। ਠੀਕ ਹੈ। ਇਹ ਦੋਨੇ ਚੀਜ਼ਾਂ ਦਾ ਕੀ ਯੂਜ ਕਰਕੇ ਕਹਾਂਗੇ ਆਪਾਂ? ਅਲਫਾਬੈਟ। ਦੇਖੋ, ਕੰਪਿਊਟਰ ਦੇ ਵਿੱਚ ਨਾਲ 3 ਸ਼ਬਦ ਰਿਲੇਟ ਕਰਦੇ ਆ। ਦੁਬਾਰਾ ਫਿਰ ਦੱਸਣਾ ਚਾਹੁੰਦਾ ਕਿਹੜੇ ਕਿਹੜੇ ਸ਼ਬਦ ਆ ਉਹ। ਨੰਬਰ 1 ਡਾਟਾ, ਨੰਬਰ 2 ਨੁਮੈਰੀਕਲ ਡਾਟਾ। ਠੀਕ ਹੈ ਜੀ। ਅਤੇ ਨੰਬਰ 3 ਅਲਫਾ ਨੂਮੈਰਿਕ ਡਾਟਾ। ਇਹ ਤਿੰਨੇ ਚੀਜ਼ਾਂ ਯਾਦ ਰੱਖਣੀਆਂ। ਡਾਟਾ, ਨੂਮੈਰਿਕ ਡਾਟਾ, ਅਲਫਾ ਨੂਮੈਰਿਕ ਡਾਟਾ। ਡਾਟਾ ਕੀ ਹੁੰਦਾ? ਜਿਹਦੇ ਵਿੱਚ ਆਪਣੇ ਸਾਰੇ ਅੰਕੜੇ ਮੌਜੂਦ ਹੁੰਦੇ ਆ। ਠੀਕ ਹੈ ਜੀ। ਅਤੇ ਉਹਦੇ ਵਿੱਚ ਗਾਹਾਂ 2 ਚੀਜ਼ਾਂ ਹੁੰਦੀਆਂ, ਨੂਮੈਰੀਕਲ ਡਾਟਾ ਅਤੇ ਅਲਫਾਬੈਟ। ਨੂਮੈਰੀਕਲ ਡਾਟਾ ਦੇ ਵਿੱਚ ਜਿਵੇਂ 0 ਤੋਂ ਲੈ ਕੇ 9 ਤੱਕ ਕੀ ਹੁੰਦੀਆਂ ਹੈਗੀਆਂ, ਅਤੇ ਅਲਫਾ ਨੂਮੈਰਿਕ ਡਾਟਾ ਕੀ ਹੁੰਦਾ? ਜਿਹਦੇ ਵਿੱਚ ਮਤਲਬ ਅਲਫਾਬੈਟ ਦੇ ਨਾਲ ਨਾਲ ਨੂਮੈਰੀਕਲ ਡਾਟਾ ਵੀ ਪੁੱਟ ਕੀਤਾ ਜਾਂਦਾ। ਸੂਚਨਾ ਇਨਫੋਰਮੇਸ਼ਨ, ਇਸ ਦਾ ਅਰਥ ਹੈ ਡਾਟਾ ਕੋ ਪ੍ਰੋਸੈਸ ਕਰਨ ਦੇ ਬਾਅਦ ਜਿਹੜਾ ਵੀ ਕੋਈ ਆਪਣੇ ਰਿਜ਼ਲਟ ਆਉਂਦਾ। ਦੇਖੋ, ਇਨਫੋਰਮੇਸ਼ਨ ਦਾ ਕੀ ਮਤਲਬ ਹੁੰਦਾ? ਆਪਾਂ ਕੰਪਿਊਟਰ ਦੇ ਵਿੱਚ ਕੋਈ ਚੀਜ਼ ਇਨਪੁੱਟ ਕਰਦੇ ਹਾਂ, ਇਨਪੁੱਟ ਤੋਂ ਬਾਅਦ ਉਹ ਚੀਜ਼ ਕੀ ਹੁੰਦੀ ਹੈ? ਪ੍ਰੋਸੈਸ 'ਚ ਆਉਂਦੀ ਹੈ। ਪ੍ਰੋਸੈਸ ਤੋਂ ਬਾਅਦ ਆਪਾਂ ਨੂੰ ਕੀ ਮਿਲਦੀ ਹੈ? ਆਊਟਪੁੱਟ। ਇਹ ਜਿਹੜੀ ਆਪਾਂ ਨੂੰ ਆਊਟਪੁੱਟ ਮਿਲਦੀ ਹੈ ਇਹਨੂੰ ਹੀ ਕੀ ਕਿਹਾ ਜਾਂਦਾ? ਇਨਫੋਰਮੇਸ਼ਨ ਕਿਹਾ ਜਾਂਦਾ। ਠੀਕ ਹੈ ਜੀ। ਇਹ ਤੁਹਾਡੇ ਕੋਲ ਸਾਰੀਆਂ ਗੱਲਾਂ ਕਲੀਅਰ ਹੈ। ਦੁਬਾਰਾ ਇੱਕ ਵਾਰੀ ਮੈਂ ਫਿਰ ਦੱਸਦਾ ਕੰਪਿਊਟਰ ਕੀ ਹੈ। ਕੰਪਿਊਟਰ ਇਜ ਐਨ ਇਲੈਕਟ੍ਰੋਨਿਕ ਡਿਵਾਈਸ ਹੈ। ਓਕੇ ਜੀ। ਕੰਪਿਊਟਰ ਜਿਹੜਾ ਸ਼ਬਦ ਹੈ ਇਹ ਲੈਟਿਨ ਵਰਡ ਕੰਪਿਊਟਰ ਤੋਂ ਮਿਲ ਕੇ ਬਣਿਆ। ਕੰਪਿਊਟਰ ਦਾ ਮਤਲਬ ਹੁੰਦਾ ਗੰਨਾ। ਪ੍ਰਸ਼ਨ ਆ ਸਕਦਾ ਕਿ ਕੰਪਿਊਟਰ ਸ਼ਬਦ ਕਿਸ ਤੋਂ ਮਿਲਿਆ ਹੈਗਾ? ਕੰਪਿਊਟਰ ਤੋਂ ਬਣਿਆ। ਦੂਸਰੀ ਗੱਲ, ਕੰਪਿਊਟਰ ਦੇ ਵਿੱਚ ਡਾਟਾ ਜਿਹੜਾ ਇਹ ਕਿਹੜੇ ਕਿਹੜੇ ਸ਼ਬਦ ਰਿਲੇਟ ਕਰਦੇ? ਇਹਨਾਂ 2 ਸ਼ਬਦ ਰਿਲੇਟ ਕਰਦੇ, ਇੱਕ ਨੂਮੈਰੀਕਲ ਡਾਟਾ ਅਤੇ ਦੂਸਰਾ ਕਿਹੜਾ ਜੀ? ਅਲਫਾ ਨੂਮੈਰੀਕਲ ਡਾਟਾ। ਦੋਨਾਂ ਚੀਜ਼ਾਂ ਤੋਂ ਮਿਲ ਕੇ ਡਾਟਾ ਬਣਦਾ। ਨੂਮੈਰੀਕਲ ਡਾਟਾ ਦੇ ਵਿੱਚ 0 ਤੋਂ 9 ਤੱਕ ਕੀ ਹੁੰਦੀਆਂ? ਇਹਦੇ ਵਿੱਚ A to Z ਪਲੱਸ 0 to 9। ਠੀਕ ਹੈ। ਇਹ ਕੀ ਯੂਜ ਕੀਤੀਆਂ ਜਾਂਦੀਆਂ? ਓਕੇ ਜੀ। ਅਗਲਾ ਹੈਗਾ ਕਰੈਕਟਰ ਆਫ ਕੰਪਿਊਟਰ। ਕੰਪਿਊਟਰ ਦੇ ਕੀ ਕੀ ਕਰੈਕਟਰ ਹੈਗੇ? ਠੀਕ ਹੈ। ਕੰਪਿਊਟਰ ਦੇ ਕੀ ਕੀ ਕਰੈਕਟਰ ਨੇ ਉਹ ਦੱਸਣਾ ਚਾਹੂੰਗਾ ਮੈਂ। ਨੰਬਰ ਪਹਿਲਾ ਪੁਆਇੰਟ, ਜੇ ਤੀਬਰ ਗਤੀ ਕਿਸੇ ਕਾਰਿਆ ਕਰਤਾ ਹੈ ਅਰਥਾਤ ਸਮੇਂ ਦੀ ਬੱਚਤ ਕਰਦਾ ਹੈ। ਕੀ ਮਤਲਬ ਹੈ ਇਹਦਾ? ਕਿ ਸਭ ਤੋਂ ਤੇਜ਼ ਕੰਮ ਕਰਦਾ ਹੈ ਪਲੱਸ ਆਪਣੇ ਸਮੇਂ ਦੀ ਕੀ ਕਰਦਾ ਗਾ? ਬੱਚਤ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੰਨਾ ਟਾਈਮ ਹੈ ਨਹੀਂ ਕਿਸੇ ਕੋਲ ਕਿ ਅਗਲਾ ਵੇਟ ਕਰੀ ਜਾਓ, ਪ੍ਰੋਸੈਸ ਕਰੀ ਜਾਓ। ਪੁਰਾਣੇ ਕੰਪਿਊਟਰ 'ਚ ਹੌਲੀ ਹੌਲੀ ਚੱਲਦੇ ਸੀ, ਇਹ ਬਹੁਤ ਜ਼ਿਆਦਾ ਸਪੀਡ ਫਾਸਟ ਹੈ ਇਹਨਾਂ ਦੀ। ਠੀਕ ਹੈ। ਨੰਬਰ 2 'ਤੇ ਇਹਦੇ ਵਿੱਚ ਕੀ ਕਾਰਨ ਹੁੰਦਾ? ਇਹਦੇ ਵਿੱਚ ਗਲਤੀ ਦੇ ਚਾਂਸ ਬਹੁਤ ਘੱਟ ਹੁੰਦੇ ਨੇ। ਠੀਕ ਹੈ ਜੀ। ਗਲਤੀ ਦੇ ਚਾਂਸ ਕੀ ਹੁੰਦੇ ਆ? ਬਹੁਤ ਘੱਟ ਹੁੰਦੇ ਆ। ਤੀਜਾ, ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ? ਵੱਡੀ ਮਾਤਰਾ ਦੇ ਵਿੱਚ ਡਾਟਾ
ਕਲੈਕਟ ਕਰਕੇ ਰੱਖ ਸਕਦੇ ਹਾਂ। ਨੰਬਰ 4 ਪ੍ਰੀ ਡਿਫਾਈਨਡ ਇੰਟਰੋਡਕਸ਼ਨ के अनुसार तीव्र निर्णय लेने से ਇਹਨਾਂ ਨਾਲ ਕੀ ਹੁੰਦਾ, ਆਪਾਂ ਕੋਈ ਵੀ ਚੀਜ਼ ਆਪਾਂ ਲੈਣੀ ਆ ਉਹਦੇ ਵਿੱਚ ਆਪਾਂ ਨੂੰ ਨਿਰਣਾ ਲੈਣ ਦੇ ਵਿੱਚ ਆਪਾਂ ਇਹਦੇ ਹੈਲਪ ਵੀ ਲੈ ਸਕਦੇ ਹਾਂ। ਠੀਕ ਹੈ। ਦੁਬਾਰਾ ਕੰਪਿਊਟਰ ਦਾ ਉਪਯੋਗ ਕਿਹੜੇ ਕਿਹੜੇ ਖੇਤਰ ਦੇ ਵਿੱਚ ਹੁੰਦਾ, ਇਹ ਪ੍ਰਸ਼ਨ ਬੱਚਾ ਵਾਲਾ ਹੈਗਾ। ਠੀਕ ਹੈ ਜੀ, ਇਹ ਪ੍ਰਸ਼ਨ ਪੁੱਛਣ ਦਾ ਕੋਈ ਚਾਂਸ ਨਹੀਂ ਹੈਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਮਹਿਕਮੇ ਜਿਹਦੇ ਵਿੱਚ ਇਹ ਯੂਜ਼ ਕੀਤਾ ਜਾਂਦਾ, ਤਾਂ ਕਰਕੇ ਆਹ ਚੀਜ਼ ਇੰਨੀ ਕਰਨ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਹੈਗੀ। ਅੱਗੇ ਆ ਜੋ ਫੰਕਸ਼ਨ ਆਫ ਕੰਪਿਊਟਰ, ਆਹ ਚੀਜ਼ ਇੰਪੋਰਟੈਂਟ ਹੈਗੀ। ਫੰਕਸ਼ਨ ਕੀ ਹੈ ਕੰਪਿਊਟਰ ਦੇ, ਸਭ ਤੋਂ ਪਹਿਲਾਂ ਡਾਟਾ ਕਲੈਕਸ਼ਨ। ਹੁਣ ਦੱਸੋ ਡਾਟਾ ਕਲੈਕਸ਼ਨ ਕੀ ਹੁੰਦਾ, ਡਾਟਾ ਦੀ ਕਲੈਕਸ਼ਨ ਕਰਕੇ ਰੱਖਣੀ। ਜਿਵੇਂ ਕਿ ਇਹਦੇ ਵਿੱਚ ਭਾਈ ਮੇਰੇ ਗੀਤ ਪਏ ਆ, ਇਹਦੇ 'ਚ ਮੇਰਾ ਫਾਈਲਾਂ ਪਈਆਂ, ਇਹਦੇ 'ਚ ਮੇਰੇ ਡਾਕੂਮੈਂਟ ਪਏ ਆ, ਇਹਦੇ 'ਚ ਮੇਰੀ PPT ਫਾਈਲਾਂ ਪਈਆਂ। ਠੀਕ ਹੈ, ਉਹ ਸਾਰਾ ਜਿਹੜਾ ਡਾਟਾ ਕਲੈਕਸ਼ਨ ਦੇ ਵਿੱਚ। ਨੰਬਰ 2 ਡਾਟਾ ਸਟੋਰੇਜ। ਡਾਟਾ ਸਟੋਰੇਜ ਕੀ ਹੁੰਦਾ, ਡਾਟਾ ਸਟੋਰੇਜ ਉਹ ਹੁੰਦਾ ਜਿਹਦੇ ਵਿੱਚ ਆਪਣਾ ਡਾਟਾ ਮੌਜੂਦ ਹੁੰਦਾ ਹੈਗਾ। ਠੀਕ ਹੈ ਜੀ, ਡਾਟਾ ਸਟੋਰੇਜ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਮੈਮਰੀ, ਠੀਕ ਹੈ, ਜਿਹਦੇ ਵਿੱਚ ਡਾਟਾ ਸਟੋਰ ਹੁੰਦਾ ਥੋੜ੍ਹੇ ਟਾਈਮ ਵਾਸਤੇ। ਠੀਕ ਹੈ ਜੀ, ਡਾਟਾ ਮੈਮਰੀ ਦੇ ਵਿੱਚ ਡਾਟਾ ਥੋੜ੍ਹੇ ਟਾਈਮ ਵਾਸਤੇ ਸਟੋਰ ਕੀਤਾ ਜਾਂਦਾ। ਮੈਮਰੀ ਸਟੋਰੇਜ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ ਹੈਗਾ। ਮੈਮਰੀ ਸਟੋਰੇਜ ਦੇ ਵਿੱਚ ਕੀ ਫਰਕ ਹੁੰਦਾ, ਜਿਹੜੀ ਮੈਮਰੀ ਹੁੰਦੀ ਇਹਦੇ ਵਿੱਚ ਤਾਂ ਡਾਟਾ ਥੋੜ੍ਹੇ ਸਮੇਂ ਵਾਸਤੇ ਰਹਿੰਦਾ, ਸਟੋਰੇਜ ਦੇ ਵਿੱਚ ਡਾਟਾ ਲੰਬੇ ਸਮੇਂ ਵਾਸਤੇ ਰਹਿੰਦਾ। ਕਈ ਵਾਰੀ ਹੁਣ ਪ੍ਰਸ਼ਨ ਇਹ ਪੁੱਛਿਆ ਗਿਆ ਇੱਕ ਪੇਪਰ ਦੇ ਵਿੱਚ ਕਿ ਮੈਮਰੀ ਅਤੇ ਸਟੋਰੇਜ ਦੇ ਵਿੱਚ ਕੀ ਫਰਕ ਹੁੰਦਾ ਹੈ, ਤਾਂ ਮੈਮਰੀ ਸਟੋਰੇਜ ਨੂੰ ਇੱਕ ਤੱਕੜੀ ਵਿੱਚ ਹੀ ਨਾ ਤੋਲੋ। ਠੀਕ ਹੈ, ਇਹ ਦੋਨੇ ਚੀਜ਼ਾਂ ਅਲੱਗ ਹੈ। ਮੈਮਰੀ ਸ਼ਾਰਟ ਟਰਮ ਮੈਮਰੀ ਆ, ਸ਼ਾਰਟ ਟਰਮ ਸਟੋਰੇਜ ਹੈਗੀ, ਅਤੇ ਜਿਹੜੀ ਸਟੋਰੇਜ ਆ ਉਹ ਲੌਂਗ ਟਰਮ ਸਟੋਰੇਜ ਆ। ਇਹ ਤੋਂ ਬਾਅਦ ਡਾਟਾ ਪ੍ਰੋਸੈਸਿੰਗ, ਡਾਟੇ ਨੂੰ ਪ੍ਰੋਸੈਸ ਕਰਨ ਦਾ ਕੰਮ, ਅਤੇ ਐਂਡ ਡਾਟਾ ਆਊਟਪੁੱਟ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਨਫਰਮ ਹੋ ਗਈਆਂ ਹੋਣਗੀਆਂ। ਇਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਆ ਗਿਆ ਉਹ ਸਮਝੋ, डाटा प्रोसेसिंग एंड इलेक्ट्रॉनिक डाटा प्रोसेसिंग। कंप्यूटर के निर्णय लेने से पहले निश्चित लक्ष्य को प्राप्त करने के डाटा का संकलन, संचय, संसाधन और निगरानी विधि मैनुअल मैथड से होता है, जिसका डाटा प्रोसेसिंग कहते हैं। ਇਹਦਾ ਮਤਲਬ ਇਹ ਹੈ ਜੀ, ਦੇਖੋ ਆਪਾਂ ਕੋਈ ਵੀ ਡਾਟਾ ਕੰਪਿਊਟਰ ਦੇ ਵਿੱਚ ਪਾਉਣੇ ਆ, ਉਹਦਾ ਕੀ ਸਿਸਟਮ ਆ ਸਾਰਾ, ਇਹ ਚੀਜ਼ ਯਾਦ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ। ਠੀਕ ਹੈ ਜੀ, ਇੰਨੀ ਚੀਜ਼ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ। ਮੇਰੀ ਗੱਲ ਹੈ ਉਹ ਸਿੱਧੀ ਸਮਝਾ ਦਿੰਦਾ। ਦੇਖੋ ਜੀ, ਸਭ ਤੋਂ ਪਹਿਲਾਂ ਕੀ ਕਰਦੇ ਆ, ਆਪਾਂ ਕੰਪਿਊਟਰ ਦੇ ਨਾਲ ਕੋਈ ਨਾ ਕੋਈ ਚੀਜ਼ ਜੋੜਦੇ ਹਾਂ, ਜਿਵੇਂ ਕੀਬੋਰਡ ਹੋ ਗਿਆ। ਠੀਕ ਹੈ ਜੀ, ਕੀਬੋਰਡ ਹੋ ਗਿਆ, ਕੀਬੋਰਡ ਰਾਹੀਂ ਆਪਾਂ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਇਨਪੁੱਟ ਕਰਦੇ ਹਾਂ। ਇਨਪੁੱਟ ਤੋਂ ਬਾਅਦ ਉਹ ਚੀਜ਼ ਕੀ ਕਰੂਗੀ, ਪ੍ਰੋਸੈਸ ਲਊਗੀ। ਪ੍ਰੋਸੈਸ ਤੋਂ ਬਾਅਦ ਆਪਾਂ ਨੂੰ ਕੀ ਮਿਲੂਗਾ, ਤਾਂ ਆਊਟਪੁੱਟ ਨੂੰ ਕੀ ਕਹਿੰਦੇ ਆ, ਆਊਟਗੋਇੰਗ ਇਨਫੋਰਮੇਸ਼ਨ। ਠੀਕ ਹੈ ਜੀ, ਇਹ ਚੀਜ਼ਾਂ ਹੁਣ ਤੱਕ ਆਪਾਂ ਕੀ ਕੁਛ ਪੜ੍ਹਿਆ, ਦੁਬਾਰਾ ਇੱਕ ਵਾਰੀ ਰਿਵੀਜ਼ਨ ਕਰ ਲੈਂਦੇ ਉਹਦੀ। ਸਭ ਤੋਂ ਪਹਿਲੀ ਗੱਲ, ਕੰਪਿਊਟਰ ਕੀ ਹੈ, ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਜਿਹੜੇ ਸ਼ਬਦ ਕਿਤੋਂ ਬਣਿਆ, ਕੰਪਿਊਟਰ ਤੋਂ ਬਣਿਆ। ਬਸ ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ, ਡਾਟਾ ਦੇ ਵਿੱਚ ਦੋ ਚੀਜ਼ਾਂ ਹੋਣਗੀਆਂ, ਨੂਮੈਰੀਕਲ ਡਾਟਾ ਅਤੇ ਅਲਫਾ ਨੂਮੈਰੀਕਲ ਡਾਟਾ। ਇਨਫੋਰਮੇਸ਼ਨ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਇਨਪੁੱਟ, ਪ੍ਰੋਸੈਸ, ਆਊਟਪੁੱਟ ਤੋਂ ਬਾਅਦ ਜਿਹੜੀ ਚੀਜ਼ ਸਾਨੂੰ ਮਿਲਦੀ ਹੈ ਉਹਨੂੰ ਆਪਾਂ ਇਨਫੋਰਮੇਸ਼ਨ ਕਹਿ ਦਿੰਦੇ ਹਾਂ। ਕਰੈਕਟਰ ਤੁਹਾਨੂੰ ਮੈਂ ਦੱਸ ਚੁੱਕਿਆ ਗਾ ਕਿ ਸਮਾਂ ਘੱਟ ਲੱਗਦਾ, ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ, ਅਤੇ ਹੋਰ ਵੀ ਆਪਾਂ ਨੂੰ ਕੋਈ ਵੀ ਨਿਰਣੇ ਲੈਣਾ ਉਹ ਜਲਦੀ ਹੋ ਜਾਂਦਾ। ਆਹ ਤੁਹਾਨੂੰ ਦੱਸਿਆ ਸੀ ਕਿ ਸਾਰੇ ਖੇਤਰਾਂ ਦੇ ਵਿੱਚ ਯੂਜ਼ ਕੀਤਾ ਜਾਂਦਾ। ਅਤੇ ਡਾਟਾ ਦਾ ਫੰਕਸ਼ਨ ਆਫ ਕੰਪਿਊਟਰ ਦਾ ਡਾਟਾ ਕਲੈਕਸ਼ਨ, ਡਾਟਾ ਸਟੋਰੇਜ, ਡਾਟਾ ਪ੍ਰੋਸੈਸਿੰਗ, ਡਾਟਾ ਆਊਟਪੁੱਟ। ਇੱਕ ਗੱਲ ਆ ਯਾਦ ਕਰ ਲਓ, ਕਈ ਵਾਰੀ ਫੁੱਲ ਫਾਰਮ ਪੁੱਛੀ ਜਾਊਗੀ। ਠੀਕ ਹੈ ਜੀ, ਫੁੱਲ ਫਾਰਮ ਹੈਗੀ ਆਪਣੀ ਆਹਾ EDP। EDP ਕੀ ਹੁੰਦਾ, EDP ਯਾਦ ਕਰ ਲਓ, ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਇਹਦੀ ਫੁੱਲ ਫਾਰਮ ਹੈ EDP ਦੀ। EDP ਹੋ ਗਿਆ, ਇੱਕ ਆਹ ਚੀਜ਼ ਹੋ ਗਿਆ। ਕਈ ਵਾਰੀ ਇਹ ਪੇਪਰ ਦੇ ਵਿੱਚ ਕੀ ਦੇਣਗੇ, ਆਪਾਂ ਨੂੰ ਦੇ ਦੇਣਗੇ ਇਨਪੁੱਟ, ਵਿਚਾਲੇ ਸਪੇਸ ਦੇ ਦੇਣਗੇ, ਬਲੈਂਕ ਦੇ ਦੇਣਗੇ, ਤੋਂ ਬਾਅਦ ਲਿਖ ਦੇਣਗੇ ਆਊਟਪੁੱਟ। ਕਿੱਥੇ ਦੱਸੋ ਕੀ ਆਊਗਾ, ਇੱਥੇ ਆਊਗਾ ਪ੍ਰੋਸੈਸ। ਠੀਕ ਹੈ, ਗੱਲਾਂ ਨੇ ਧਿਆਨ ਰੱਖਣਾ। ਕੰਪਿਊਟਰ ਸਿਸਟਮ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ, ਕੰਪਿਊਟਰ ਸਿਸਟਮ ਦੇ ਵਿੱਚ ਕੀ ਹੁੰਦਾ, कंप्यूटर सिस्टम एक समूह है जिसके नाल एक साथ मिलकर डाटा प्रोसेस करते हैं। कंप्यूटर सिस्टम में अनेक इकाइयाँ होती हैं जिसका प्रयोग इलेक्ट्रॉनिक डाटा प्रोसेसिंग के लिए होता है, जिन्हों कि आप EDP कहते हैं। सब तो पहले आप गल करांगे इनपुट डिवाइस, वैसी इकाई जो यूजर में डाटा प्राप्त करने के लिए सेंट्रल प्रोसेसिंग यूनिट को इलेक्ट्रॉनिक प्लस के रूप में ट्रांसमिट करता है, जैसे कि ऑटोमैटिक टेलर मशीन। ये पोजीशन ये लाइन बहुत इंपॉर्टेंट है, कई बार ना डायरेक्टिव पोजीशन आ जाता है ATM की फुल फार्म दसो। अगर टैलिंग मशीन भी लिखा हुआ होगा उत्थे ऑटोमैटिक टेलर मशीन। ठीक है जी, ये कहते हैं जो हम पैसे कढ़ाने वास्ते बरतते हैं। इसमें हम पेन प्रश्न आ सकता है, पेन की फुल फार्म की हैगी, ये गल भी नहीं भुलनी। परसनल आइडेंटिफिकेशन नंबर, परसनल आइडेंटिफिकेशन नंबर पेन की फुल फार्म है। ओके जी, इस तो बाद आऊगा ये इनपुट इकाई के रूप के कीपैड का उपयोग किया जाता है। ठीक है जी, एक तो ये चीज़ होगी। इस तो बाद आ गया CPU। ये कंप्यूटर का सब तो इंपॉर्टेंट पार्ट है, किहड़ा
CPU। ਹੁਣ CPU ਦੀ ਗੱਲ ਕਰਾਂਗੇ। CPU ਕੀ ਹੁੰਦਾ? CPU ਹੁੰਦਾ ਸੈਂਟਰ ਪ੍ਰੋਸੈਸਿੰਗ ਯੂਨਿਟ, ਇਹਨੂੰ ਪ੍ਰੋਸੈਸਰ ਵੀ ਕਹਿ ਦਿੰਦੇ ਆ। ਇਹਦੇ ਵਿੱਚ ਇੱਕ ਕੀ ਹੁੰਦੀ ਹੈ? ਮਾਈਕਰੋ ਚਿਪ ਹੁੰਦੀ ਹੈ ਪ੍ਰੋਸੈਸ ਇਹਦੇ ਵਿੱਚ, ਜਿਹੜੀ ਕਿ ਕਿਤੋਂ ਬਣੀ ਹੁੰਦੀ ਹੈ? ਸਿਲੀਕੌਨ। ਕੰਪਿਊਟਰ, ਇਹਨੂੰ ਕੰਪਿਊਟਰ ਦਾ ਬ੍ਰੇਨ ਵੀ ਕਹਿ ਦਿੰਦੇ ਆ, ਠੀਕ ਹੈ। ਬ੍ਰੇਨ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਗਾ? CPU ਨੂੰ। ਇੱਕ ਤਾਂ ਇਹ ਪ੍ਰਸ਼ਨ ਬਣ ਜਾਂਦਾ। ਇੱਕ ਪੁੱਛ ਲੈਂਦੇ, ਇੱਕ ਪ੍ਰਸ਼ਨ ਹੁਣ ਦੁਬਾਰੇ ਬਾਹਲਾ ਪੁੱਛਣ ਲੱਗ ਗਏ, ਉਹ ਪ੍ਰਸ਼ਨ ਹੈਗਾ ਹਾਰਟ ਆਫ ਕੰਪਿਊਟਰ। ਹਾਰਟ ਆਫ ਕੰਪਿਊਟਰ ਕੀ ਹੁੰਦਾ? ਬ੍ਰੇਨ ਆਫ ਕੰਪਿਊਟਰ ਅਤੇ ਹਾਰਟ ਆਫ ਕੰਪਿਊਟਰ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈਗਾ। ਜਿਹੜਾ ਹੁੰਦਾ ਗਾ ਬ੍ਰੇਨ ਆਫ ਕੰਪਿਊਟਰ ਉਹ ਤਾਂ ਹੁੰਦਾ CPU, ਜਿਹੜਾ ਹੁੰਦਾ ਗਾ ਹਾਰਟ ਆਫ ਕੰਪਿਊਟਰ ਉਹ ਕਿਹੜਾ ਹੈਗਾ ਜੀ? ਉਹ ਹੈਗਾ ਆਪਣਾ ਮਾਈਕਰੋ ਪ੍ਰੋਸੈਸਰ, ਠੀਕ ਹੈ ਜੀ, ਭੁੱਲਣਾ ਨਹੀਂ, ਮਾਈਕਰੋ ਪ੍ਰੋਸੈਸਰ ਹੈ ਜਿਹੜਾ। ਇਸ ਤੋਂ ਬਾਅਦ ਗੱਲ ਆ ਗਈ ਆਪਣੇ, ਆਹ ਦੇਖੋ ਆਹ ਸਾਰਾ ਸਿਸਟਮ ਆ ਗਿਆ। ਇੱਥੋਂ ਵੀ ਪ੍ਰਸ਼ਨ ਬਣ ਸਕਦਾ। ਸਭ ਤੋਂ ਪਹਿਲਾਂ ਇਨਪੁੱਟ ਡਿਵਾਈਸ, ਆਊਟਪੁੱਟ ਡਿਵਾਈਸ, ਵਿਚਾਲੇ ਕੀ ਆ ਗਿਆ? ਪ੍ਰੋਸੈਸਿੰਗ। ਪ੍ਰੋਸੈਸਿੰਗ ਦੇ ਵਿੱਚ ਕੌਣ ਕੰਮ ਕਰਦਾ? CPU ਕੰਮ ਕਰਦਾ। ਹੁਣ CPU ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਦੇਖੋ ਕਿਹੜੀਆਂ ਕਿਹੜੀਆਂ ਤਿੰਨ ਚੀਜ਼ਾਂ ਹੁੰਦੀਆਂ CPU ਦੇ ਵਿੱਚ। ਹੁਣ ਧਿਆਨ ਨਾਲ ਸੁਣਿਓ। ਇੱਕ ਹੁੰਦਾ ALU, ਇੱਕ ਹੁੰਦਾ MU, ਇੱਕ ਹੁੰਦਾ CPU। ਕਈ ਵਾਰ ਪ੍ਰਸ਼ਨ ਆ ਸਕਦਾ CPU ਦੇ ਮੇਨ ਪਾਰਟ ਕਿਹੜੇ ਆ? 1 2 3। ਇਹ CPU ਦੇ ਮੇਨ ਪਾਰਟ ਹੈ। ਸਭ ਤੋਂ ਪਹਿਲਾਂ ALU, ਦੂਜੇ 'ਤੇ MU, ਤੀਜੇ ਨੰਬਰ 'ਤੇ CPU। ALU ਦੀ ਗੱਲ ਬਾਰੇ ਕਰਾਂਗੇ ਹੁਣ ਆਪਾਂ। ALU ਬਾਰੇ ਹੁਣ ALU ਬਾਰੇ ਕੀ ਗੱਲ ਕਰਾਂਗੇ? ALU ਕੀ ਹੁੰਦਾ? ALU ਨੂੰ ਡਾਇਰੈਕਟ ਪ੍ਰਸ਼ਨ ਇੱਕ ਦੇ ਬਣੂਗੀ ਕਿ ਇਹਦੀ ਫੁੱਲ ਫਾਰਮ ਕੀ ਹੈ? ਆ ਦੇਖੋ ਥੱਲੇ ਪਈ ਹੈ। ALU ਦਾ ਮਤਲਬ ਹੈਗਾ ਅਰਥਮੈਟਿਕ ਲੌਜਿਕ ਯੂਨਿਟ। ਅਰਥਮੈਟਿਕ ਲੌਜਿਕ ਯੂਨਿਟ ਕਿਹਾ ਜਾਂਦਾ। ਇਹਦਾ ਕੰਮ ਕੀ ਹੁੰਦਾ ਗਾ? ਇਹਦਾ ਕੰਮ ਹੁੰਦਾ ਗਾ, ਇੱਕ ਮਿੰਟ ਵਿੱਚ ਇਹਦਾ ਤੁਹਾਨੂੰ, ਮੈਨੂੰ ਨਾ ਇੱਕ ਮਿੰਟ ਫੋਨ ਆ ਗਿਆ, ਇੱਕ ਮਿੰਟ। ਹਾਂਜੀ ਸੌਰੀ ਫਰੈਂਡਸ, ਉਹ ਨਾ ਮੈਂ ਇੱਕ ਮਿੰਟ ਵਾਸਤੇ ਥੋੜ੍ਹਾ ਜਿਹਾ ਫੋਨ ਕੱਟ ਕਰ, ਵੀਡੀਓ ਰੋਕਤੀ ਸੀ। ਅਤੇ ਸੁਣੋ ALU ਦਾ ਕੰਮ ਕੀ ਹੁੰਦਾ? ਬਸ ਸਿਰਫ ਡਾਇਰੈਕਟ ਗੱਲ ਸੁਣ ਲਓ। ALU ਦਾ ਕੀ ਕੰਮ ਹੁੰਦਾ? ALU ਦਾ ਜਿਹੜਾ ਕੰਮ ਹੈਗਾ ਉਹ ਹੈਗਾ ਅਰਥਮੈਟਿਕ ਲੌਜਿਕ ਯੂਨਿਟ। ਇਹਦੀ ਫੁੱਲ ਫਾਰਮ ਹੈ, ਇਹ ਡਾਇਰੈਕਟ ਪੁੱਛੀ ਜਾਣੀ ਹੈ। ਇਹਦਾ ਕੰਮ ਕੀ ਹੁੰਦਾ? ਇਹਦਾ ਕੰਮ ਸਿਰਫ ਜੋੜ ਘਟਾਓ ਗੁਣਾ ਭਾਗ, ਚਾਰ ਕੰਮ ਕਰਨ ਦਾ ਹੀ ਆ। ਕੀ ਵੀ ਤੁਹਾਨੂੰ ਉਲਝਾਉਣਗੇ ਕਿ ਜਿਹੜੀ ਆਪਾਂ ਕੰਪਿਊਟਰ ਦੇ ਵਿੱਚ ਟ੍ਰਿਗਨੋਮੈਟਰੀ ਹੈ, ਟ੍ਰਿਗਨੋਮੈਟਰਿਕ ਚੀਜ਼ਾਂ ਹੁੰਦੀਆਂ। ਟ੍ਰਿਗਨੋਮੈਟਰਿਕ ਕਿਹੜੀ ਹੁੰਦੀ ਹੈਗੀ? ਜਿਵੇਂ ਸਾਈਨ, ਕੌਸ, ਟੈਨ, ਠੀਕ ਹੈ, ਇਹ ਚੀਜ਼ਾਂ ਆ ਗਈਆਂ ਸਾਰੀਆਂ। ਇਹ ਕਾਹਦੇ 'ਚ ਯੂਜ ਕੀਤਾ ਜਾਂਦਾ? ਇਹਦਾ ਕੰਮ ਹੁੰਦਾ ਜਿਹੜਾ, ਇਹ ਕਿਸੇ ਹੋਰ ਸਪੈਸ਼ਲ ਐਪਲੀਕੇਸ਼ਨਾਂ ਨਾਲ ਯੂਜ ਕੀਤਾ ਜਾਂਦਾ। ਇਹਦੇ ਵਿੱਚ ALU ਦਾ ਕੰਮ ਨਹੀਂ ਹੈਗਾ। ALU ਦਾ ਕੰਮ ਸਿਰਫ ਪਲੱਸ ਮਾਈਨਸ ਗੁਣਾ ਭਾਗ, ਇਹ ਗੱਲ ਯਾਦ ਰੱਖਣੀ ਹੈ। ਚਾਰ ਚੀਜ਼ਾਂ ਤੋਂ ਬਿਨਾਂ ਪੰਜਵੀਂ ਗੱਲ ALU ਦੇ ਵਿੱਚ ਆਪਾਂ ਬਾੜਨੀ ਨਹੀਂ ਹੈਗੀ ਕੋਈ ਵੀ। ਓਨਲੀ ਚਾਰ ਚੀਜ਼ਾਂ, ਠੀਕ ਹੈ ਜੀ, ਓਨਲੀ ਚਾਰ ਚੀਜ਼ਾਂ, ਜੋੜ ਘਟਾਓ ਗੁਣਾ ਭਾਗ। ਜੇ ਪੁੱਛ ਲੈਣ ਕਿ ਜਿਹੜਾ ਆਪਣਾ ਦੂਸਰਾ ਡਾਟਾ ਹੁੰਦਾ, ਸਾਈਨ ਹੋ ਗਿਆ, ਕੌਸ ਹੋ ਗਿਆ, ਟੈਨ ਹੋ ਗਿਆ, ਕੌਟ ਹੋ ਗਿਆ, ਇਹ ਚੀਜ਼ਾਂ ਦਾ ਕੰਮ ਵੀ ALU ਕਰਦਾ ਕਿ ਨਹੀਂ ਕਰਦਾ? ਇਹਦਾ ਕੰਮ ALU ਨਹੀਂ ਕਰਦਾ। ਤੁਹਾਨੂੰ ਮੈਂ ਇੰਨੇ ਵਧੀਆ MCQ ਕਰਵਾਉਂਗਾ ਨਾ, ਤੁਹਾਨੂੰ ਸਾਰਾ ਕੁਛ ਪਤਾ ਲੱਗ ਜੂਗਾ, ਠੀਕ ਹੈ ਜੀ। ਅਤੇ ਦੂਸਰੀ ਗੱਲ ਆ ਗਈ ਕੰਟਰੋਲ ਯੂਨਿਟ। CPU ਨੂੰ ਕੰਟਰੋਲ ਯੂਨਿਟ ਵੀ ਕਹਿ ਦਿੰਦੇ। ਕੰਟਰੋਲ ਯੂਨਿਟ ਵੀ ਲਿਖਿਆ ਜਾ ਸਕਦਾ ਗਾ, ਅਤੇ ਸਾਨੂੰ CPU ਵੀ ਲਿਖਿਆ, ਜਿਹੜਾ ਸਾਰੇ ਸਿਸਟਮ ਨੂੰ ਕੰਟਰੋਲ ਕਰਦਾ ਗਾ। ਚਿੱਪਾਂ ਲੱਗੀਆਂ ਹੁੰਦੀਆਂ, ਮਾਈਕਰੋ ਪ੍ਰੋਸੈਸਰ, ਉਹ ਸਾਰੀਆਂ ਚੀਜ਼ਾਂ ਕਾਹਦੇ ਨਾਲ ਹੁੰਦੀਆਂ ਗੀਆਂ? ਕੰਟਰੋਲ ਯੂਨਿਟ ਦੇ ਨਾਲ। ਇਸ ਤੋਂ ਬਾਅਦ ਆ ਗਿਆ ਮੈਮਰੀ, ਮੇਨ ਮੈਮਰੀ। ਮੇਨ ਮੈਮਰੀ ਨੂੰ ਆਪਾਂ ਪ੍ਰਾਇਮਰੀ ਮੈਮਰੀ ਵੀ ਕਹਿ ਦਿੰਦੇ ਹਾਂ, ਗੱਲ ਯਾਦ ਰੱਖਣਾ। ਮੇਨ ਮੈਮਰੀ ਨੂੰ ਪ੍ਰਾਇਮਰੀ ਮੈਮਰੀ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਅਤੇ ਮੈਮਰੀ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ। ਮੈਮਰੀ ਦਾ ਚੈਪਟਰ ਅਲੱਗ ਆਊਗਾ। ਮੇਨ ਮੈਮਰੀ, ਪ੍ਰਾਇਮਰੀ ਮੈਮਰੀ ਨੂੰ ਮੈਮਰੀ ਵੀ ਕਹਿ ਦਿੰਦੇ ਆ। ਇੱਕ ਹੁੰਦੀ ਸੈਕੰਡਰੀ ਮੈਮਰੀ, ਜਿਹਨੂੰ ਆਪਾਂ ਆਕਸੀਲਰੀ ਮੈਮਰੀ ਵੀ ਕਹਿ ਦਿੰਦੇ ਆ। ਉਹ ਆਪਾਂ ਅੱਗੇ ਜਾ ਕੇ ਕਰਾਂਗੇ। ਦੇਖੋ ਇਹ ਤੋਂ ਬਾਅਦ ਕੰਟਰੋਲ ਯੂਨਿਟ, ਜੇ ਕੰਪਿਊਟਰ ਦੇ ਸਾਰੇ ਕੰਮ ਨੂੰ ਨਿਰੰਤਰ ਰੱਖਦਾ, ਜਿਵੇਂ ਤੁਹਾਨੂੰ ਦੱਸਿਆ ਹੈਗਾ, ਜਿਵੇਂ ਕਿ ਆਪਾਂ ਇਨਪੁੱਟ ਕਰਦੇ ਹਾਂ, ਆਊਟਪੁੱਟ ਕਰਦੇ, ਤੁਹਾਨੂੰ ਸਾਰੀ ਗੱਲ ਇਹ ਸਮਝਾਤੀ। ਮੈਮਰੀ ਯੂਨਿਟ ਵੀ ਤੁਹਾਨੂੰ ਸਮਝਾਤੀ ਕਿ ਮੈਮਰੀ ਭਾਈ ਯੂਨਿਟ ਦੇ ਵਿੱਚ, ਮੈਮਰੀ ਵਿੱਚ ਆਪਾਂ ਡਾਟਾ ਸਟੋਰ ਕਰਦੇ ਹਾਂ। ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਮੇਨ ਮੈਮਰੀ, ਇਹ ਜਿਹਨੂੰ ਪ੍ਰਾਇਮਰੀ ਮੈਮਰੀ ਵੀ ਕਿਹਾ ਜਾਂਦਾ, ਇੱਕ ਹੁੰਦੀ ਹੈ ਸੈਕੰਡਰੀ ਮੈਮਰੀ, ਜਿਹਨੂੰ ਆਕਸੀਲਰੀ ਮੈਮਰੀ ਵੀ ਕਿਹਾ ਜਾਂਦਾ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਆ ਗਈ ਆਪਣੀ ਆਊਟਪੁੱਟ ਯੂਨਿਟ। ਆਊਟਪੁੱਟ ਯੂਨਿਟ ਕੀ ਹੁੰਦੀ ਹੈ? ਜਿਹੜਾ ਵੀ ਆਪਾਂ ਨੂੰ ਕੰਪਿਊਟਰ ਦੇ ਵਿੱਚ ਆਪਾਂ ਇਨਪੁੱਟ ਕੀਤੀ, ਦੂਰ ਪ੍ਰੋਸੈਸ ਹੋਇਆ, ਜਿਹੜੀ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲੂਗੀ, ਉਹਨੂੰ ਆਪਾਂ ਕੀ ਕਹਾਂਗੇ? ਉਹਨੂੰ ਆਪਾਂ ਕਹਾਂਗੇ ਆਊਟਪੁੱਟ। ਓਕੇ ਜੀ। ਹੁਣ ਇਹਦੇ ਪ੍ਰਸ਼ਨ ਆ ਗਏ, ਉਹ ਆਪਾਂ ਕਰਾਂਗੇ। ਇੱਕ ਤਾਂ ਇਹ ਪ੍ਰਸ਼ਨ ਕਰ ਲਿਓ। ਇੱਕ ਜੇ ਇਹ ਪ੍ਰਸ਼ਨ ਨਹੀਂ ਕਰਨੇ, ਤੁਹਾਨੂੰ ਮੈਂ ਇੱਕ ਅਲੱਗ ਤੋਂ ਮੇਰੇ ਨਾ ਵਧੀਆ ਕਿਸੇ ਟੀਚਰ ਨੇ ਨੋਟਸ ਪਾਏ, ਮੈਂ ਤੁਹਾਨੂੰ ਉਹ ਤੋਂ ਵੀ ਕਰਵਾ ਦੂँगा। दैट इज एन इलेक्ट्रॉनिक डिवाइस जो डाटा को इन्फॉर्मेशन में कन्वर्ट करने से प्रोसेस करता है। कौन करता है ये प्रोसेस?
ਡੈਸ਼ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਕਿਹੜੀ ਇਲੈਕਟ੍ਰੋਨਿਕ ਡਿਵਾਈਸ ਇਹਨਾਂ ਦੇ ਵਿੱਚੋਂ? ਕੰਪਿਊਟਰ। ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇੱਕ ਵਾਰੀ ਆਪਾਂ ਆਨਸਰ ਦੇਖ ਲਿਓ, ਕਈ ਵਾਰੀ। ਠੀਕ ਹੈ ਜੀ, ਪਹਿਲੇ ਦਾ ਆਨਸਰ ਆ ਗਿਆ ਆਪਣਾ ਪ੍ਰੋਸੈਸਰ। ਇਹ 'ਚ ਆਨਸਰ ਗਲਤ ਲਿਖਿਆ ਹੋਇਆ, ਕੰਪਿਊਟਰ ਆਨਸਰ ਦਾ। ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜੋ ਡਾਟੇ ਨੂੰ, ਠੀਕ ਹੈ, ਸਾਰਾ ਕੁਛ ਡਾਟਾ ਕਰਦਾ ਹੈਗਾ ਇਹਦੇ ਵਿੱਚ। ਅਤੇ ਇਸ ਤੋਂ ਬਾਅਦ ਦੇਖੋ ਜੀ, ਹੁਣ ਦੂਸਰਾ ਆਪਰੇਸ਼ਨ ਹੈਗਾ ਆਪਣਾ कंप्यूटर प्रोसेस द्वारा डैश इन्फॉर्मेशन में परिवर्तित किए जाते। कंप्यूटर प्रोसेस द्वारा डैश चीज़, देखो कंप्यूटर ने जो प्रोसैस किया, कहते किहड़ी चीज़ है जिहड़ी आपां नूं इन्फॉर्मेशन के रूप में मिलती है। किहड़ी मिलती है जी? वो मिलता आपां नूं डाटा। 4 नंबर ऑप्शन डाटा मिलता है। इस तो बाद अगला आ गया ATM क्या होता है। सब तो पहली गल तो ATM की फुल फॉर्म नहीं भुलनी, ऑटोमैटिक टेलर मशीन। ठीक है, की चीज़ां होंगे ये? बैंक की शिकायत होती है, बैंकों के लिए स्टाफ युक्त काउंटर होता है, बिना स्टाफ के नकदी देना, ये सभी। ठीक है ना, ये तुसी डी ऑप्शन लाए। इस तो बाद आ गया 4 नंबर डाटा प्रोसैस का अर्थ की है। डाटा प्रोसैस का अर्थ क्या है? देखो डाटा प्रोसैस, जो डाटा प्रोसैसिंग करता है उन्होंने की कहते हैं? डाटा का संग्रह नहीं, वो डाटा कलैक्शन के आ जाता है। कंप्यूटर की कार्य प्रणाली वो भी चीज़ नहीं। गाना कौन करूँगा? ALU करूँगा। वाणिज्यिक उपयोग के लिए जानकारी तैयार करना, कि जिहड़ी भी आपको जानकारी चाहिए है वो तैयार करके उन्होंने डाटा प्रोसैस करके दिंदा आपां नूं। जिवें आपां एग्रीकल्चर पढ़ के फूड प्रोसैसिंग, उवें जिवें एक ही एक आपां नूं इन्फॉर्मेशन देनी एक तरह की। तो ये वास्ते आंसर नंबर डी आऊगा। इस तो बाद CPU का वह भाग जो अन्य सभी कंप्यूटर कंपोनेंट्स की गतिविधियों को कोऑर्डिनेट करता है, वह निम्नलिखित में से कौन है? सारिया गतिविधियों को कौन करता है जी? दसो जी कौन करता? वो अपना करता जी कंट्रोल यूनिट। तुहानूं दस के कहना सारे कंट्रोल कौन करूँगा? कंट्रोल यूनिट करूँगा। मदरबोर्ड की मदरबोर्ड एक चिप होंदी है जिन्हों की कहते PCB बोर्ड भी कहा जाता है। ये सारिया चिप्पां लगियां होंदियां जिहड़ा सारे सिस्टम में कंट्रोल करता है मदरबोर्ड। डाटाबेस में डैश फील्ड कलेक्शन करने के लिए प्रगचित नंबर स्टोर कौन करता है? कौन करता है जी? दसो। डाटाबेस में डैश फील्ड कलेक्शन करने के लिए प्रयुक्त नंबर स्टोर कौन करता है? ये करता जी अपना नुमैरिक। जिवें तुहानूं करवा के गया सी मैं, अल्फा नुमैरिक दे विच की हुंदियां चीज़ां? अल्फा नुमैरिक दे विच 2 चीज़ां आ जाणगियां। एक तो उहदे विच ABC प्लस 0 to 9 तक नंबर। इस तो बाद कंप्यूटर में जाने वाले डाटा को क्या कहते हैं? कंप्यूटर के जो आप डाटा जाता है उन्होंने की कहांगे? दसो जी की कहांगे? उन्होंने सब तो सौखा ऑपरेशन है, उन्होंने आप कहांगे इनपुट। जो कंप्यूटर के कोई भी डाटा पुट करते हैं उन्होंने आप की कहांगे? इनपुट। इस तो बाद इनपुट का आउटपुट में रूपांतरण कौन करता है? दसो जी। मैमरी तो कर नहीं सकती, स्टोरेज भी नहीं कर सकती, इनपुट आउटपुट यूनिट भी नहीं कर सकती। तो CPU है जिहड़ा वो ये इनपुट नूं आउटपुट दे विच बदलदा गा। कंप्यूटर की है? कंप्यूटर एक इलैक्ट्रॉनिक मशीन है। कंप्यूटर की विशेषता का कार्य निम्नलिखित में से इन्हां दे विचों एक नहीं है। किहड़ी चीज़ इन्हां दे विचों एक है नहीं? आप पढ़ के गए इंग्लिश दे विच। ठीक है जी। तो डाटा आंकलन। एक दो बार कंप्यूटर में डाटा किसे कहते हैं? संख्या को, चिन्ह को, चिन्ह व संख्या सूचना को, दी गई सूचनावां को। कंप्यूटर के विच डाटा किहनूं कहा जाता है? चिन्ह व संख्यात्मक सूचना नूं कहा जाता है। ठीक है, कंप्यूटर में सूचना किसे कहा जाता है? कंप्यूटर के सूचना किहनूं कहा जाता है? डाटा नूं। कंप्यूटर के सूचना किहनूं? एक मात्र डाटा नूं कहा जाता है। अगला ऑपरेशन 13वां, निम्न में से कौन CPU का भाग नहीं है? देखो ये तुहानूं बहुत बारी करवाता, इन्हां दे विचों किहड़ा CPU का भाग नहीं है? CPU का भाग है सच, ये किहड़ा CPU का भाग हैगा? देखो कीबोर्ड का एक इनपुट डिवाइस है, जिहड़ा प्रिंटर है, प्रिंटर एक प्रिंटर आउटपुट डिवाइस है। टेप एक मैमरी है, मैगनैटिक टेप मैमरी। ठीक है, तो ये की आ गया ALU है जिहड़ा डी ऑप्शन। ये कंप्यूटर का CPU का भाग है जिन्होंने आप अर्थमैटिक लॉजिक यूनिट कहने, जिहड़ा प्लस माइनस गुणा भाग चारे चीज़ां करता है। ये चार चीज़ों मैं पांचवीं चीज़ ऐड नहीं करनी, तुहानूं पहलां भी दस्सिया। EDP भाई तुहानूं मैं हुणे करवा के गया, इलैक्ट्रॉनिक डाटा प्रोसैसिंग।
ਕਿਹੜੀ ਆਪਸ਼ਨ ਦੇ ਵਿੱਚ ਪਿਆ ਹੈਗਾ? 4 ਨੰਬਰ ਆਪਸ਼ਨ ਦੇ ਵਿੱਚ ਪਿਆ। ਕੰਪਿਊਟਰ ਵਿੱਚ CPU ਕੀ ਹੁੰਦਾ? ਕਾਪਰ ਪ੍ਰੋਸੈਸਿੰਗ ਯੂਨਿਟ ਹੁੰਦਾ, ਕੰਟਰੋਲ ਪ੍ਰੋਸੈਸਿੰਗ ਯੂਨਿਟ ਹੁੰਦਾ, ਸੈਂਟਰ ਪ੍ਰੋਸੈਸਿੰਗ ਯੂਨਿਟ, ਸਾਰਾ ਕੁਝ ਹੁੰਦਾ ਇਹ। ਠੀਕ ਹੈ ਜੀ। 16ਵਾਂ ਪ੍ਰਸ਼ਨ 20 ਤੱਕ ਕਰਾਂਗੇ ਅੱਜ ਆਪਾਂ। ALU ਦੀ ਫੁੱਲ ਫਾਰਮ ਦੱਸੋ ਜੀ। अरिथमेटिक लॉजिक यूनिट। CPU में से क्या है? CPU निम्नलिखित में से की है इन्होंने विचों? सर्किट है, बॉक्स है, चिप है, पेरीफेरल डिवाइस है। ये कहते दसो जी इन्हां चारां दे विचों किहड़ी चीज़ है जिहड़ी? ये की है? एक चिप है। ओके जी। कंप्यूटर द्वारा किया गया बुनियादी बेसिक ऑपरेशन की है? बेसिक ऑपरेशन की हुआ कंप्यूटर द्वारा? सारा कुछ ही है बेसिक ऑपरेशन। बेसिक ऑपरेशन दे विच देखो बेसिक ऑपरेशन दे विच की चीज़ आ जाती है? सब तो पहला अरिथमेटिक लॉजिक यूनिट, लॉजिक ऑपरेशन भी ही हो गए। तीजा हो गया अपना डाटा स्टोरेज। 3 चीज़ां हो गई जी। कंप्यूटर का दिमाग किहनूं कहा जाता है? CPU। BDU एम कीबोर्ड संपर्क के बीच स्थापित करता है। BDU एम्ब कीबोर्ड संपर्क के बीच ये करता जी ये विचाले टर्मीनल। ठीक है जी। आ 20 प्रश्न एक बार चंगी तरह रिवीजन कर लो तो फिर मैं दस दो कमेंट करके किवें लग्या लैक्चर। धन्यवाद जी।